ਦੋਸਤੋ ਫਿਲਮ ਸੌਂਕਣ ਨੂੰ ਰਿਲੀਜ਼ ਹੋਇਆ ਅੱਜ ਤੀਜਾ ਦਿਨ। ਫਿਲਮ ਬਹੁਤ ਚੰਗੀ ਚੱਲ ਰਹੀ ਆ। ਅੱਜ ਸਵੇਰੇ ਹੀ ਮੈਂ ਅੰਬਰਦੀਪ ਹੋਰਾਂ ਦੀ ਫੇਸਬੁੱਕ ਤੇ ਦੇਖਿਆ ਕਿ ਫਿਲਮ ਨੇ 4.20 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਸਿਰਫ 2 ਦਿਨਾਂ ਦੇ ਵਿੱਚ। ਤਾਂ ਇਹ ਇੱਕ ਬਹੁਤ ਹੀ ਸਫਲ ਫਿਲਮ ਕਹੀ ਜਾ ਸਕਦੀ ਹੈ। ਫਿਲਮ ਨੇ ਹੋਰ ਵੀ ਸਫਲ ਹੋਣਾ ਕਿਉਂਕਿ ਇਹਦੇ ਵਿੱਚ ਮਨੋਰੰਜਨ ਦੇ ਸਾਰੇ ਉਹ ਅੰਸ਼ ਨੇ, ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਆਮ ਲੋਕਾਂ ਨੂੰ ਪਸੰਦ ਆਉਂਦੀਆਂ ਨੇ। ਫਿਲਮ ਦੇ ਵਿੱਚ ਬਹੁਤ ਜਗ੍ਹਾ 'ਤੇ ਤੁਸੀਂ ਹੱਸਦੇ ਹੋ। ਮੈਂ ਵੀ ਬਹੁਤ ਜਗ੍ਹਾ 'ਤੇ ਹੱਸਿਆ। ਇਹਦੇ ਵਿੱਚ ਰਿਸ਼ਤਿਆਂ ਨੂੰ ਪਲਟਾ ਕੇ ਉਲਟਾ ਕੇ ਭਾਸ਼ਾ ਦਾ ਦੋਹਰਾ ਰੂਪ ਬਣਾ ਕੇ ਜਾਂ ਹੋਰ ਬਹੁਤ ਸਾਰੇ ਪਲ ਇਸ ਤਰ੍ਹਾਂ ਦੇ ਸਿਰਜੇ ਗਏ ਨੇ ਕਿ ਤੁਹਾਨੂੰ ਹਾਸਾ ਆਉਂਦਾ। ਪਰ ਕੇਵਲ ਗੱਲ ਇੰਨੀ ਨਹੀਂ ਕਿ ਅਸੀਂ ਫਿਲਮ ਦੀ ਵਪਾਰਕ ਸਫਲਤਾ ਨੂੰ ਦੇਖ ਕੇ ਜੇ ਇੱਥੋਂ ਤੱਕ ਰੁਕ ਜਾਈਏ ਕਿ ਫਿਲਮ ਬਹੁਤ ਅੱਛਾ ਹਾਸਾ ਮਜ਼ਾਕ ਫਿਲਮ ਦੇ ਵਿੱਚ ਪੈਦਾ ਕਰਦੀ ਹੈ, ਦਰਸ਼ਕ ਨੂੰ ਮਨੋਰੰਜਨ ਕਰਦੀ ਹੈ। ਹਰ ਮਨੋਰੰਜਨ ਦਾ ਇੱਕ ਵਪਾਰਕ ਪੱਖ ਹੁੰਦਾ ਤੇ ਇੱਕ ਵਿਚਾਰਧਾਰਕ ਪੱਖ ਹੁੰਦਾ। ਇਹ ਮਨੋਰੰਜਨ ਵਪਾਰਕ ਪੱਖੋਂ ਤਾਂ ਪੂਰਾ ਕਾਮਯਾਬ ਆ, ਪਰ ਕੀ ਵਿਚਾਰਧਾਰਕ ਪੱਖੋਂ ਇਹ ਠੀਕ ਆ, ਇਹ ਚੰਗਾ? ਇਹਨੇ ਜਿਹੜੀ ਮੈਸੇਜ ਦਿੱਤਾ, ਜਿਹੜਾ ਸੁਨੇਹਾ ਦਿੱਤਾ ਜਾਂ ਜਿਹੜਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਹਰ ਕਲਾ ਦਾ ਰੂਪ ਕੋਈ ਨਾ ਕੋਈ ਮੈਸੇਜ ਜ਼ਰੂਰ ਦਿੰਦਾ। ਉਹਦੇ ਵਿੱਚ ਕੁਝ ਲੁਕਿਆ ਹੁੰਦਾ, ਕੁਝ ਮਨੁੱਖੀ ਸੰਵੇਦਨਸ਼ੀਲਤਾ ਦੀ ਗੱਲ ਕਰਨੀ ਹੁੰਦੀ ਹੈ, ਮਨੁੱਖੀ ਭਾਵਨਾਵਾਂ ਦੀ ਗੱਲ ਕਰਨੀ ਹੁੰਦੀ ਆ, ਕੋਈ ਦਿਸ਼ਾ ਦੇਣੀ ਹੁੰਦੀ ਹੈ, ਕੋਈ ਹੋਪ ਦੇਣੀ ਹੁੰਦੀ ਹੈ, ਜਾਂ ਇਹਦੇ ਉਲਟ ਵੀ ਦੇਣਾ ਹੁੰਦਾ। ਤਾਂ ਸਾਡੇ ਲਈ ਇਹ ਸਮਝਣ ਵਾਲਾ ਮਸਲਾ ਹੈ ਕਿ ਫਿਲਮ ਵਿਚਾਰਧਾਰਕ ਪੱਖੋਂ ਕਿਸ ਤਰ੍ਹਾਂ ਦੀ ਹੈ। ਆਪਾਂ ਉਸ ਪੱਖ ਤੋਂ ਹੀ ਇਸ ਫਿਲਮ ਬਾਰੇ ਗੱਲ ਕਰਾਂਗੇ। ਫਿਲਮ ਦੀ ਤਾਰੀਫ ਵਿੱਚ ਬਹੁਤ ਕੁਝ ਕਿਹਾ ਜਾ ਸਕਦਾ, ਲੋਕਾਂ ਨੇ ਬਹੁਤ ਕੁਝ ਕਿਹਾ ਵੀ ਆ, ਤੇ ਮੈਂ ਉਸ ਪਾਸੇ ਨਾ ਜਾ ਕੇ ਜਿਹੜੀਆਂ ਗੱਲਾਂ ਕੁਝ ਨਹੀਂ ਹੋ ਰਹੀਆਂ ਤੇ ਲੱਗਦਾ ਕਿ ਹੋਣੀਆਂ ਚਾਹੀਦੀਆਂ ਨੇ ਉਹਨਾਂ ਬਾਰੇ ਗੱਲ ਕਰੂੰਗਾ। ਤਾਂ ਫਿਲਮ ਦੇ ਵਿੱਚ ਜਿਹੜੀ ਕਹਾਣੀ ਬੁਣੀ ਗਈ ਆ, ਇਹ ਦੂਜੇ ਵਿਆਹ ਦੇ ਦੁਆਲੇ ਬੁਣੀ ਗਈ ਆ। ਤੇ ਦੂਜਾ ਵਿਆਹ ਇਸ ਕਰਕੇ ਚਾਹਤ ਕੀਤੀ ਜਾਂਦੀ ਹੈ ਫਿਲਮ ਦੇ ਵਿੱਚ, ਜਾਂ ਚਾਹਤ ਦਾ ਆਧਾਰ ਬਣਾਇਆ ਜਾਂਦਾ ਕਿ ਇੱਕ ਦੰਪਤੀ ਜੋੜੇ ਦੇ ਔਲਾਦ ਨਹੀਂ ਹੈਗੀ। ਉਹ ਦੰਪਤੀ ਜੋੜਾ ਸਰਗੁਣ ਮਹਿਤਾ ਤੇ ਜਿਹਦਾ ਕਿਰਦਾਰ ਨਸੀਬੋ ਦਾ ਫਿਲਮ ਵਿੱਚ ਤੇ ਨਿਰਮਲ ਜਿਹੜਾ ਐਮੀ ਵਿਰਕ ਨੇ ਕੀਤਾ, ਇਹਨਾਂ ਦੇ ਔਲਾਦ ਨਹੀਂ ਹੈਗੀ। ਤੇ ਹਰ ਪਰਿਵਾਰ ਦੀ ਤਰ੍ਹਾਂ ਇਹ ਪਰਿਵਾਰ ਵੀ ਔਲਾਦ ਚਾਹੁੰਦਾ ਤੇ ਉਹਨਾਂ ਦੀ ਜਿਹੜੀ ਨਿਰਮਲ ਦੀ ਮਾਂ ਉਹ ਵੀ ਔਲਾਦ ਚਾਹੁੰਦੀ ਆ। ਤੇ ਨਾ ਕੇਵਲ ਔਲਾਦ ਚਾਹੁੰਦੀ ਆ, ਸਗੋਂ ਮੁੰਡਾ ਚਾਹਿਆ ਜਾਂਦਾ। ਤਾਂ ਪਹਿਲੀ ਗੱਲ ਇੱਥੇ ਹੀ ਖੜੀ ਹੋ ਜਾਂਦੀ ਹੈ ਕਿ ਮੁੰਡੇ ਦੀ ਚਾਹਤ ਕਰਨੀ ਤੇ ਮੁੰਡੇ ਦੀ ਚਾਹਤ ਨੂੰ ਲਾਜ਼ਮੀ ਰੂਪ ਦੇ ਵਿੱਚ ਦਿਖਾਉਣਾ ਕੀ ਜਾਇਜ਼ ਆ? ਇਹ ਤਰਕ ਦਿੱਤਾ ਜਾ ਸਕਦਾ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਹੀ ਵਾਪਰਦਾ, ਸਮਾਜ ਦਾ ਇਹੀ ਸੱਚ ਆ। ਪਰ ਫਿਲਮ ਨੇ ਸਮਾਜ ਨੂੰ ਪੇਸ਼ ਹੀ ਨਹੀਂ ਕਰਨਾ ਹੁੰਦਾ, ਉਸ ਨੂੰ ਸਮਾਜ ਨੂੰ ਰੂਪਾਂਤਰਿਤ ਵੀ ਕਰਨਾ ਹੁੰਦਾ। ਤਾਂ ਇਸ ਪੱਖੋਂ ਤਾਂ ਇਹ ਗੱਲ ਉੱਭਰਦੀ ਆ ਕਿ ਇਹ ਫਿਲਮ ਜੋ ਸਥਾਪਤ ਆ ਔਲਾਦ ਨੂੰ ਲੈ ਕੇ, ਉਸ ਨੂੰ ਹੀ ਪੱਕਿਆਂ ਕਰਦੀ ਆ, ਨਾ ਕੇਵਲ ਔਲਾਦ ਨੂੰ ਲੈ ਕੇ ਸਗੋਂ ਮੁੰਡੇ ਰੂਪੀ ਔਲਾਦ ਨੂੰ ਲੈ ਕੇ। ਤੇ ਹੁਣ ਸਵਾਲ ਪੈਦਾ ਹੁੰਦਾ ਕਿ ਔਲਾਦ ਦੀ ਚਾਹਤ ਜ਼ਿਆਦਾ ਕਿਹਦੇ ਵੱਲੋਂ ਕੀਤੀ ਜਾਂਦੀ ਆ? ਤਾਂ ਇਹਦੇ ਵਿੱਚ ਉਹਦੀ ਜਿਹੜੀ ਲੜਕੀ ਦੀ ਸੱਸ ਆ ਨਸੀਬੋ ਦੀ, ਉਹ ਵੀ ਸ਼ਾਮਲ ਆ, ਨਸੀਬੋ ਵੀ ਸ਼ਾਮਲ ਆ ਤੇ ਨਿਰਮਲ ਵੀ ਸ਼ਾਮਲ ਆ। ਜਦੋਂ ਔਲਾਦ ਨਹੀਂ ਹੁੰਦੀ ਤਾਂ ਉਹ ਫਿਰ ਇਸ ਤਰ੍ਹਾਂ ਦੀ ਗੱਲ ਉੱਠਣੀ ਸ਼ੁਰੂ ਹੋ ਜਾਂਦੀ ਹੈ ਕਿ ਦੂਸਰਾ ਵਿਆਹ ਕਰਾ ਲਿਆ ਜਾਵੇ। ਤੇ ਜਿਹੜੀ ਨਸੀਬੋ ਦੀ ਸੱਸ ਆ ਉਹੀ ਇਸ ਗੱਲ ਨੂੰ ਪਹਿਲੀ ਵਾਰ ਕਹਿੰਦੀ ਆ। ਤੇ ਭਾਵੇਂ ਉਹ ਕਹਿੰਦੀ ਆ, ਪਰ ਫਿਲਮ ਦੇ ਵਿੱਚ ਇਹ ਇੱਕ ਵਿਚਾਰਧਾਰਕ ਮੁੱਦਾ ਕਿ ਸਭ ਤੋਂ ਵੱਧ ਦੂਜਾ ਵਿਆਹ ਕਰਵਾਉਣ ਲਈ ਜਾਂ ਦੂਜਾ ਵਿਆਹ ਹੋ ਜਾਵੇ ਇਸ ਲਈ ਬਹੁਤ ਜ਼ੋਰ ਕੌਣ ਲਾ ਰਿਹਾ? ਤਾਂ ਫਿਲਮ ਦੇ ਵਿੱਚ ਉਹ ਜ਼ੋਰ ਸਭ ਤੋਂ ਵੱਧ ਨਸੀਬੋ ਲਾਉਂਦੀ ਪੇਸ਼ ਹੁੰਦੀ ਆ। ਜਿਹੜੀ ਧਿਰ ਨੇ ਇਸ ਲਈ ਸਭ ਤੋਂ ਵੱਧ ਸਫਰ ਹੋਣਾ, ਸਭ ਤੋਂ ਵੱਧ ਕਸ਼ਟ ਭੋਗਣੇ ਆ, ਉਹੀ ਫਿਲਮ ਦੇ ਵਿੱਚ ਇਸ ਲਈ ਜ਼ੋਰ ਲਾਉਂਦੀ ਦਿਖਾਈ ਗਈ ਹੈ। ਜਿਹੜਾ ਪਹਿਲਾਂ ਹੀ ਦਮਿਤ ਆ, ਜਿਹੜਾ ਪਹਿਲਾਂ ਹੀ ਜਿਹਨੇ ਭੋਗਣਿਆ, ਉਹਦੇ ਤੇ ਹੀ ਸਾਰਾ ਜਿਹੜਾ ਬੋਝ ਆ ਉਹ ਸਿੱਟ ਦਿੱਤਾ ਜਾਂਦਾ, ਜਾਂ ਦੂਜੇ ਸ਼ਬਦਾਂ 'ਚ ਕਹਿ ਲਓ ਕਿ ਦੋਸ਼ ਉਹਦੇ ਸਿਰ ਲੱਗ ਜਾਂਦਾ। ਉਹੀ ਆਪਦੇ ਪਤੀ ਨੂੰ ਕਹਿੰਦੀ ਹੈ ਕਿ ਤੂੰ ਦੂਸਰਾ ਵਿਆਹ ਕਰਾ, ਤੇ ਉਹ ਅਲੱਗ-ਅਲੱਗ ਥਾਵਾਂ ਤੇ ਆਪਦੇ ਪਤੀ ਲਈ ਲੜਕੀ ਵੀ ਦੇਖਣ ਜਾਂਦੀ ਆ। ਤੇ ਜੇ ਅਸੀਂ ਇਹਨੂੰ ਰੱਖ ਕੇ ਇੱਕ ਪਾਸੇ ਆਮ ਜ਼ਿੰਦਗੀ ਵਿੱਚ ਦੇਖੀਏ ਤਾਂ ਇਹ ਇਸ ਤਰ੍ਹਾਂ ਵਾਪਰਦਾ ਸੀ ਕਿ ਜਿਹੜਾ ਘਰ ਵਾਲਾ ਜਾਂ ਜਿਹੜੀ ਸੱਸ ਆ ਉਹ ਜ਼ੋਰ ਪਾਉਂਦੇ ਹੁੰਦੇ ਸੀ ਤੇ ਲੜਕੀ ਵਿਰੋਧ ਕਰਦੀ ਸੀ। ਪਰ ਇੱਥੇ ਉਹ ਸਾਰਾ ਕੁਝ ਭੁਲਾ ਕੇ ਦੋਹੇ ਧਿਰਾਂ ਨੂੰ, ਸੱਸ ਨੂੰ ਵੀ ਇਨੋਸੈਂਟ ਇੱਕ ਹੱਦ ਤੱਕ ਬਣਾ ਦਿੱਤਾ ਜਾਂਦਾ ਤੇ ਨਿਰਮਲ ਨੂੰ ਤਾਂ ਬਹੁਤ ਹੀ ਮਾਸੂਮ ਬਣਾ ਕੇ ਪੇਸ਼ ਕੀਤਾ ਜਾਂਦਾ। ਤਾਂ ਜਿਹੜਾ ਨਿਰਮਲ ਆ, ਜਿਹੜੀ ਪਿਤਾ ਪੁਰਖੀ ਸੱਤਾ, ਉਹਨੂੰ ਮੁਕਤ ਕਰ ਦਿੱਤਾ ਜਾਂਦਾ ਇਸ ਦੋਸ਼ ਤੋਂ ਕਿ ਉਹ ਦੂਸਰਾ ਵਿਆਹ ਕਰਵਾਉਣ ਜਾ ਰਹੇ ਨੇ। ਤਾਂ
ਜਦੋਂ ਇਹਦੇ ਨਸੀਬੋ ਦੇ ਨਾਂ ਇਹ ਦੋਸ਼ ਲਾ ਦਿੱਤਾ ਜਾਂਦਾ ਤਾਂ ਹੁਣ ਸਵਾਲ ਖੜਾ ਹੁੰਦਾ ਕਿ ਤਰਕ ਕਿਹੜੇ ਸਿਰਜਦੀ ਹੈ। ਕੀ ਤਰਕ ਦੀ ਉਹ ਜਿਹੜੀ ਮਜਬੂਰੀ ਆ ਕਿ ਜ਼ਰੂਰ ਹੀ ਔਲਾਦ ਚਾਹੀਦੀ ਆ, ਉਹ ਪ੍ਰੈਸ਼ਰ ਫਿਲਮ 'ਚ ਕਿਤੇ ਨਜ਼ਰ ਨਹੀਂ ਆਉਂਦਾ, ਕਿਉਂਕਿ ਫਿਲਮ ਮਜ਼ਾਕੀਆ ਰੂਪ 'ਚ ਬਣਾਈ ਗਈ। ਇਹ ਵੀ ਕਿਹਾ ਜਾ ਸਕਦਾ ਕਿ ਇਸ ਕਰਕੇ ਉਹਨੂੰ ਸਪੇਸ ਨਹੀਂ ਦਿੱਤੀ ਗਈ, ਪਰ ਉਹਦਾ ਤਰਕ ਕਿਤੇ ਨਜ਼ਰ ਨਹੀਂ ਆਉਂਦਾ ਵੀ ਇੰਨੀ ਲਾਜ਼ਮੀਅਤ ਆ ਕਿ ਜ਼ਰੂਰ ਹੀ ਵਿਆਹ ਹੋਵੇ ਤੇ ਜ਼ਰੂਰ ਹੀ ਫਿਰ ਮੁੰਡਾ ਹੋਵੇ। ਤੇ ਇਹ ਵੀ ਇੱਕ ਪੁਰਾਣੇ ਸਮੇਂ ਦੀ ਪੁਰਾਣੀ ਧਾਰਨਾ ਨੂੰ ਹੀ ਪੱਕਾ ਕੀਤਾ ਗਿਆ ਕਿ ਜੇ ਔਲਾਦ ਨਹੀਂ ਹੋ ਰਹੀ ਤਾਂ ਦੋਸ਼ ਫਿਰ ਔਰਤ ਦਾ ਹੀ ਹੋਊਗਾ, ਬੰਦੇ ਦਾ ਦੋਸ਼ ਨਹੀਂ ਹੋਊਗਾ, ਤੇ ਔਰਤ ਲਿਆਂਦਿਆਂ ਹੀ ਜਿਹੜੀ ਉਹ ਚੀਜ਼ ਜਿਹੜੀ ਆ ਉਹ ਠੀਕ ਹੋ ਜਾਊਗਾ। ਤਾਂ ਹੁਣ ਉਹ ਆਪਣੀ ਭੈਣ ਦਾ ਰਿਸ਼ਤਾ ਨਿਰਮਲ ਨਾਲ ਕਰਵਾਉਣਾ ਚਾਹੁੰਦੀ ਹੈ, ਤੇ ਉਹਦੇ ਤਰਕ ਦੇਖੋ ਕਿ ਤੈਨੂੰ ਤਾਂ ਮੌਜਾਂ ਲੱਗ ਜਾਣਗੀਆਂ, ਕਦੇ ਮੈਂ ਲੱਤਾਂ ਘੁੱਟਿਆ ਕਰੂਗੀ, ਕਦੇ ਉਹ ਲੱਤਾਂ ਘੁੱਟਿਆ ਕਰੂਗੀ, ਕਦੇ ਮੈਂ ਚਾਹ ਬਣਾਇਆ ਕਰੂੰ ਤੇਰੇ ਲਈ, ਕਦੇ ਉਹ ਚਾਹ ਬਣਾਇਆ ਕਰੂ, ਕਦੇ ਮੈਂ ਰੋਟੀ ਬਣਾਇਆ ਕਰੂੰਗੀ, ਕਦੇ ਉਹ ਰੋਟੀ ਬਣਾਇਆ ਕਰੂੰਗੀ। ਇਸ ਤਰ੍ਹਾਂ ਹੀ ਪਿੰਡ ਵਾਲਿਆਂ ਦੇ ਤਰਕ ਨੇ ਕਿ ਜ਼ਿੰਦਗੀ 4 ਦਿਨਾਂ ਦੀਆਂ 2 ਦੁਕਾਨਾਂ, ਕਦੇ ਇੱਧਰੋਂ ਉਧਾਰ ਚੱਕ ਲਿਆ ਕਰੀ, ਕਦੇ ਉੱਧਰੋਂ ਸੌਦਾ ਲੈ ਲਿਆ ਕਰੀ। ਤਾਂ ਜਿਹੜੇ ਇਹ ਸਾਰੇ ਤਰਕ ਨੇ ਇਹ ਇੱਕ ਤਰ੍ਹਾਂ ਨਾਲ ਔਰਤ ਦੇ ਖਿਲਾਫ ਭੁਗਤਣ ਵਾਲੇ ਨੇ ਕਿ ਉਹਨੂੰ ਸੇਵਾ ਵਾਲੀ ਜਾਂ ਉਹਨੂੰ ਆਨੰਦ ਦੇਣ ਵਾਲੀ ਵਸਤੂ ਤੱਕ ਸੀਮਤ ਕੀਤਾ ਜਾਂਦਾ, ਜਾਂ ਫਿਰ ਕਿ ਉਹ ਔਲਾਦ ਪੈਦਾ ਕਰ ਦੇਵੇ। ਜਿਹੜਾ ਉਹਦਾ ਵਿਅਕਤਿਤਵ ਆ, ਉਹਦੀ ਆਪਣੀ ਖਾਸੀਅਤ ਆ, ਉਹਦੀ ਆਪਣੀ ਮਖਸੂਸੀਅਤ ਆ, ਉਹਦਾ ਆਪਣਾ ਬੀਇੰਗ ਆ, ਉਹ ਸਾਰਾ ਕਿਤੇ ਇਗਨੋਰ ਕਰ ਦਿੱਤਾ ਜਾਂਦਾ। ਤਾਂ ਜਦੋਂ ਆਪਾਂ ਨਿਰਮਲ ਦੇ ਕਰੈਕਟਰ ਨੂੰ ਦੇਖਦੇ ਹਾਂ ਕਿ ਨਿਰਮਲ ਬੜਾ ਆਪਾਂ ਵਿਰੋਧਤਾਵਾਂ ਨਾਲ ਭਰਿਆ ਹੋਇਆ ਕਿਰਦਾਰ ਆ। ਇੱਕ ਪਾਸੇ ਤਾਂ ਉਹ ਆਪਣੀਆਂ ਘਰਵਾਲੀਆਂ ਤੋਂ ਡਰਦਾ, ਦੂਸਰੇ ਪਾਸੇ ਉਹਨਾਂ ਨੂੰ ਡਾਂਗ ਤੱਕ ਦਿਖਾਉਂਦਾ, ਘਰੋਂ ਕੱਢ ਦਿੰਦਾ। ਇੱਕ ਪਾਸੇ ਉਹ ਸਰਗੁਣ ਜਦੋਂ ਉਹਦੀ ਪਹਿਲੀ ਪਤਨੀ ਆ, ਹਲੇ ਨਸੀਬੋ ਦੂਸਰਾ ਵਿਆਹ ਨਹੀਂ ਹੋਇਆ, ਉਹਦੇ ਮੂਹਰੇ ਬਹੁਤ ਮਾਸੂਮ ਬਣਦਾ, ਪਰ ਦੂਜੇ ਹੀ ਪਲ ਉਹ ਆਪਣੀ ਸਾੜੀ ਨੂੰ ਭਰਮਾਉਣ ਲਈ ਜਾਲ ਬੁਣਨਾ ਸ਼ੁਰੂ ਕਰ ਦਿੰਦਾ। ਜਾਣੀ ਕਿਤੇ ਉਹ ਮਾਸੂਮ ਆ, ਕਿਤੇ ਉਹ ਸ਼ਾਤਰ ਆ, ਕਿਤੇ ਉਹ ਦੱਬੂ ਆ, ਕਿਤੇ ਉਹ ਬਹੁਤ ਧਾਵਕ ਆ। ਜਿਹੜੀ ਤੁਸੀਂ ਇਹ ਸਮਝੋ ਕਿ ਉਹਦੇ ਜਿਵੇਂ ਕਿਰਦਾਰ ਦੇ ਵਿੱਚ ਕੋਈ ਆਪਣਾ ਵਿਅਕਤਿਤਵ ਹੀ ਨਹੀਂ ਹੁੰਦਾ, ਕੋਈ ਉਹਦੀ ਆਪਣੀ ਨੈਤਿਕ ਪਛਾਣ ਹੀ ਨਹੀਂ ਹੁੰਦੀ, ਉਹਦਾ ਨੈਤਿਕ ਪਸਾਰ ਹੀ ਨਹੀਂ ਹੁੰਦਾ। ਤਾਂ ਸਵਾਲ ਇਹ ਉੱਠਦਾ ਹੁੰਦਾ ਕਿ ਇਸ ਤਰ੍ਹਾਂ ਦਾ ਕਿਰਦਾਰ ਕਿਉਂ ਆ ਜਿਹੜਾ ਕਦੇ ਇੱਧਰ ਝੁਕ ਜਾਂਦਾ, ਕਦੇ ਉੱਧਰ ਝੁਕ ਜਾਂਦਾ, ਕਦੇ ਆਹ ਗੱਲ ਮੰਨ ਲੈਂਦਾ, ਕਦੇ ਉਹ ਗੱਲ ਮੰਨ ਲੈਂਦਾ, ਕਦੇ ਇਸ ਤਰੀਕੇ ਦਾ ਨਜ਼ਰ ਆਉਂਦਾ, ਕਦੇ ਉਸ ਤਰੀਕੇ ਦਾ ਨਜ਼ਰ ਆਉਂਦਾ। ਤਾਂ ਮੇਰੀ ਸਮਝੇ ਕਿ ਜਿਹੜਾ ਇਹ ਪੰਜਾਬੀ ਸਿਨੇਮਾ ਨਾਇਕ ਸਿਰਜ ਰਿਹਾ, ਇਹ ਇਸ ਤਰ੍ਹਾਂ ਦਾ ਨਾਇਕ ਆ ਜਿਹੜਾ ਵਿਚਾਰਧਾਰਕ ਪੱਖੋਂ ਤੇ ਸੱਭਿਆਚਾਰਕ ਪੱਖੋਂ ਖਾਲੀ ਜਿਹਾ, ਕਿ ਉਹਦੇ ਵਿੱਚ ਕੋਈ ਭਰਿਆ ਹੋਇਆ ਪਣ ਨਹੀਂ ਹੈਗਾ ਜਿਹਦੇ ਤੋਂ ਜ਼ਿੰਦਗੀ ਨੂੰ ਪ੍ਰਭਾਸ਼ਿਤ ਕਰ ਸਕੇ, ਆਪਣੇ ਆਲੇ ਦੁਆਲੇ ਨੂੰ ਪ੍ਰਭਾਸ਼ਿਤ ਕਰ ਸਕੇ। ਮੇਰੇ ਮਨ 'ਚ ਇਹਦੇ ਉਲਟ ਜਿਹੜਾ ਕਿਰਦਾਰ ਉਹ ਖਿਆਲ 'ਚ ਆ ਰਿਹਾ ਹੁਣੇ ਜ਼ੋਰਾ 10 ਨੰਬਰੀਆ ਦਾ ਆ ਰਿਹਾ ਕਿ ਜਿਹੜਾ ਉਹਦਾ ਕਿਰਦਾਰ ਆ ਉਹ ਵਿਚਾਰਧਾਰਕ ਪੱਖੋਂ ਕਿੰਨਾ ਸਟਰੋਂਗ ਆ, ਤੇ ਇਹ ਕਿਰਦਾਰ ਵਿਚਾਰਧਾਰਕ ਪੱਖੋਂ ਕਿੰਨਾ ਖਾਲੀ ਆ। ਤਾਂ ਫਿਰ ਇੱਕ ਵਾਰ ਇਹ ਤਰਕ ਦਿੱਤਾ ਜਾ ਸਕਦਾ ਜੀ ਇਹ ਤਾਂ ਮਜ਼ਾਹੀਆ ਫਿਲਮ ਆ, ਇਸ ਦੇ ਵਿੱਚ ਤਾਂ ਮਤਲਬ ਸਾਰਾ ਕੁਝ ਉਲਟਾ ਪਲਟਾ ਕੇ ਹੋਊਗਾ, ਹਾਸਾ ਕਿੱਥੋਂ ਪੈਦਾ ਹੋਊਗਾ ਜੇ ਤੁਸੀਂ ਜ਼ੋਰੇ ਵਰਗਾ ਸੀਰੀਅਸ ਕਿਰਦਾਰ ਪੇਸ਼ ਕਰੋਗੇ। ਤਾਂ ਤੁਸੀਂ ਇਹਦੇ ਸਮਾਨਾਂਤਰ ਦੰਗਲ ਫਿਲਮ ਰੱਖ ਸਕਦੇ ਹੋ, ਉਹ ਵੀ ਤਾਂ ਹਾਸਾ ਪੈਦਾ ਕਰਨ ਵਾਲੀ ਫਿਲਮ ਆ, ਪਰ ਉਹਦੇ ਵਿੱਚ ਕਿੰਨਾ ਜਿਹੜਾ ਨਾਇਕ ਆ ਉਹ ਨੈਤਿਕ ਤੇ ਸੱਭਿਆਚਾਰਕ ਪੱਖੋਂ ਕਿੰਨਾ ਠੋਸ ਆ, ਤੇ ਉਹ ਜਿਹੜੀ ਫਿਲਮ ਵੀ ਸੁਨੇਹਾ ਦਿੰਦੀ ਆ ਉਹ ਕਿੰਨਾ ਤਾਕਤਵਰ ਆ, ਤੇ ਉਹ ਸਥਾਪਿਤ ਬੁਰੀਆਂ ਚੀਜ਼ਾਂ ਦੇ ਕਿੰਨਾ ਖਿਲਾਫ ਭੁਗਤਦਾ। ਤਾਂ ਜ਼ਰੂਰੀ ਨਹੀਂ ਕਿ ਹਾਸਾ ਤੁਸੀਂ ਜਿਹੜਾ ਰਚੜਾ ਪੁਰਾਣਾ ਤੇ ਬੁਰਾ ਉਹਨੂੰ ਪੁਨਰ ਸਥਾਪਿਤ ਕਰਕੇ ਹੀ ਕਰ ਸਕਦੇ ਹੋ, ਤੁਸੀਂ ਉਹਨੂੰ ਉਲਟਾ ਕੇ ਵੀ ਹਾਸਾ ਪੈਦਾ ਕਰ ਸਕਦੇ ਹੋ। ਤਾਂ ਇਹ ਤਰਕ ਤਾਂ ਬਿਲਕੁਲ ਜਾਇਜ਼ ਨਹੀਂ ਕਿ ਹਾਸਾ ਪੈਦਾ ਕਰਨ ਲਈ ਫਲਾਣੀਆਂ ਚੀਜ਼ਾਂ ਕੀਤੀਆਂ ਤੇ ਇਹਨਾਂ ਨੂੰ ਸੀਰੀਅਸ ਲੈਣ ਦੀ ਵੀ ਲੋੜ ਨਹੀਂ। ਤਾਂ ਹਾਸਾ ਕਿਵੇਂ ਵਧੀਆ ਹੋ ਸਕਦਾ, ਕਿਵੇਂ ਉਹਦੇ ਵਿੱਚ ਵਿਅੰਗ ਲੁਕਿਆ ਹੋ ਸਕਦਾ, ਕਿਵੇਂ ਪੇਨ ਲੁਕੀ ਹੋ ਸਕਦੀ ਹੈ, ਉਹਦੀ ਇੱਕ ਐਗਜ਼ਾਮਪਲ ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਪਲੇ ਹੋਇਆ ਸੀ, ਮੈਂ ਰੋ ਨਾ ਲਵਾਂ ਇੱਕ ਵਾਰ, ਕੇਵਲ ਧਾਲੀਵਾਲ ਹੋਰਾਂ ਨੇ ਡਾਇਰੈਕਟ ਕੀਤਾ ਸੀ, ਤੇ ਉਹ ਬ੍ਰਿਆਮ ਸੰਧੂ ਦੀ ਕਹਾਣੀ ਤੇ ਆਧਾਰਿਤ ਸੀ। ਤੇ ਜਦੋਂ ਸਾਰਾ ਹਾਲ ਭਰਿਆ ਹੋਇਆ ਸੀ ਤੇ ਵਿੱਚ ਹਾਸੇ ਦੇ ਫੁਹਾਰੇ ਵੀ ਗੂੰਜਦੇ ਸੀ, ਪਰ ਜਦੋਂ ਪਲੇ ਖਤਮ ਹੁੰਦਾ ਤਾਂ ਲਗਭਗ ਹਰ ਦਰਸ਼ਕ ਦੀਆਂ ਅੱਖਾਂ ਦੇ ਵਿੱਚ ਹੰਝੂ ਹੁੰਦਾ, ਤੇ ਇੱਕ ਬਹੁਤ ਹੀ ਤਾਕਤਵਰ ਜਿਹੜਾ ਸੁਨੇਹਾ ਉਹ ਉਸ ਨਾਟਕ ਰਾਹੀਂ ਹੁੰਦਾ। ਸੋ ਕਹਿਣ ਦਾ ਮਤਲਬ ਇਹ ਕਿ ਕੇਵਲ ਮਜ਼ਾਹੀਆ ਫਿਲਮ ਦੇ ਜਨਰ ਦਾ ਆਸਰਾ ਲੈ ਕੇ ਇਹ ਨਹੀਂ ਮੁਕਤ ਹੋਇਆ ਜਾ ਸਕਦਾ ਕਿ ਸਭ ਕੁਝ ਠੀਕ ਆ। ਫਿਲਮ ਵਿੱਚ ਇੱਕ ਹੋਰ ਮਸਲਾ ਜੀਜਾ ਸਾੜੀ ਦੇ ਰਿਸ਼ਤੇ ਦੀ ਪੇਸ਼ਕਾਰੀ ਦਾ। ਇਹਦੇ ਕਿਰਦਾਰ ਨੂੰ ਸਾੜੀ ਦੇ ਕਿਰਦਾਰ ਨੂੰ ਇਹਦੇ ਵਿੱਚ ਨਿਮਰਤ ਖਹਿਰਾ ਨੇ ਨਿਭਾਇਆ, ਉਹਦਾ ਕਰੈਕਟਰ ਦਾ ਨਾਂ ਕਿਰਨਾ ਜਾਂ ਕਿਰਨ ਆ। ਤਾਂ ਇਸ ਰਿਸ਼ਤੇ ਨੂੰ ਜਿਹੜਾ ਜੀਜਾ ਸਾੜੀ ਦਾ ਰਿਸ਼ਤਾ ਉਹ ਪੰਜਾਬੀ ਪਪੂਲਰ ਕਲਚਰ ਦੇ ਵਿੱਚ ਖਾਸ ਤੌਰ 'ਤੇ ਜਿਹੜਾ 80ਵੇਂ ਦਹਾਕਿਆਂ ਦਾ
ਪਪੂਲਰ ਗੀਤ ਸੰਗੀਤ ਸੀ ਉਹਦੇ ਵਿੱਚ ਬਹੁਤ ਬਦਨਾਮ ਕੀਤਾ ਗਿਆ ਸੀ। ਖਾਸ ਤੌਰ 'ਤੇ ਜੇ ਅਸੀਂ ਚਮਕੀਲੇ ਦੇ ਕੁਝ ਗਾਣੇ ਦੇਖ ਲਈਏ, ਇੱਕ ਗਾਣਾ ਫਿਲਮ ਦੇ ਵਿੱਚ ਵੀ ਆਉਂਦਾ, ਉਹ ਸ਼ਾਇਦ ਚਮਕੀਲੇ ਦਾ ਨਹੀਂ ਹੈਗਾ। ਤਾਂ ਇਸ ਰਿਸ਼ਤੇ ਨੂੰ ਸਤਿਕਾਰ ਦੇਣ ਦੇ ਲਈ ਅਸੀਂ ਬਹੁਤ ਲੰਮਾ ਸੰਘਰਸ਼ ਕੀਤਾ। ਇਹ ਨਹੀਂ ਕਿ ਰਿਸ਼ਤਿਆਂ ਦੇ ਵਿੱਚ ਬੁਰੀਆਂ ਚੀਜ਼ਾਂ ਨਹੀਂ ਵਾਪਰਦੀਆਂ ਹੈਗੀਆਂ ਜਾਂ ਇਸ ਤਰ੍ਹਾਂ ਦੇ ਰਿਸ਼ਤੇ ਨਹੀਂ ਹੁੰਦੇ ਹੈਗੇ, ਪਰ ਮਸਲਾ ਇਹ ਹੈ ਕਿ ਤੁਸੀਂ ਬਤੌਰ ਫਿਲਮਕਾਰ, ਬਤੌਰ ਕਲਾਕਾਰ, ਬਤੌਰ ਲੇਖਕ ਕਿਸ ਤਰ੍ਹਾਂ ਦੀ ਪੇਸ਼ਕਾਰੀ ਦੇ ਨਾਲ ਖੜਦੇ ਹੋ। ਜੇ ਤੁਸੀਂ ਜੋ ਬੁਰਾ ਉਹਦੇ ਪੱਖ 'ਚ ਹੀ ਖੜਦੇ ਹੋ, ਫਿਰ ਤੁਹਾਡੇ ਤੇ ਕਿੰਤੂ ਪ੍ਰੰਤੂ ਕਰਨਾ ਜਾਇਜ਼ ਹੋ ਜਾਂਦਾ। ਤਾਂ ਇਹਦੇ ਵਿੱਚ ਬਲਕਿ ਪਹਿਲੇ ਨਾਲੋਂ ਤਾਂ ਵੱਖਰੀ ਗੱਲ ਇਹਦੇ 'ਚ ਇਹ ਹੁੰਦੀ ਹੈ ਕਿ ਜਿੱਥੇ ਪਹਿਲਾਂ ਗਾਣਿਆਂ ਦੇ ਵਿੱਚ ਇਸ ਰਿਸ਼ਤੇ ਨੂੰ ਇਸ ਤਰ੍ਹਾਂ ਦਿਖਾਇਆ ਗਿਆ ਸੀ ਕਿ ਹਲੇ ਵੀ ਅਪ੍ਰਵਾਨਿਤ ਆ ਜਾਂ ਅਪ੍ਰਵਾਨਿਤ ਰੂਪ ਦੇ ਵਿੱਚ ਪੇਸ਼ ਹੀ ਹੁੰਦਾ, ਤੇ ਇਹ ਫਿਲਮ ਇਸ ਰਿਸ਼ਤੇ ਨੂੰ ਪ੍ਰਵਾਨਿਤ ਰੂਪ ਦੇ ਵਿੱਚ ਦਿਖਾਉਣ ਦੇ ਵਿੱਚ ਕਈ ਯੁਕਤਾਂ ਵਰਤਦੀ ਹੈ। ਜਿਵੇਂ ਫਿਲਮ ਦੇ ਵਿੱਚ ਜਦੋਂ ਇੱਕ ਗਾਣਾ ਕਿ ਜਿਹੜੇ ਤੈਨੂੰ ਕੇਵਲ ਸੋਹਣੀ ਸੋਹਣੀ ਕਹਿੰਦੇ ਨੇ, ਜਿਹੜਾ ਐਮੀ ਵਿਰਕ ਤੇ ਕਿਰਨਾ ਤੇ ਫਿਲਮਾਇਆ ਗਿਆ, ਇਹ ਗਾਣਾ ਆਮ ਤੌਰ ਤੇ ਜਾਂ ਇਸ ਤਰ੍ਹਾਂ ਦੇ ਗਾਣੇ ਨਾਇਕ ਤੇ ਨਾਇਕਾ ਦੇ ਉੱਪਰ ਫਿਲਮਾਏ ਜਾਂਦੇ ਹੁੰਦੇ ਨੇ ਜਦੋਂ ਉਹਨਾਂ ਦਾ ਹਲੇ ਵਿਆਹ ਨਹੀਂ ਹੋਇਆ ਹੁੰਦਾ। ਤਾਂ ਇਸ ਤਰ੍ਹਾਂ ਦਾ ਗਾਣਾ ਜੀਜੇ ਤੇ ਸਾਲੀ ਦੇ ਉੱਪਰ ਫਿਲਮਾਇਆ ਜਾਣਾ ਇਸ ਰਿਸ਼ਤੇ ਨੂੰ, ਇਸ ਤਰ੍ਹਾਂ ਦੇ ਰਿਸ਼ਤੇ ਨੂੰ ਪ੍ਰਵਾਨ ਚੜਾਉਣ ਦੀ ਇੱਕ ਯੋਗਤਾ ਜਿਹੜੀ ਆਪਦੇ ਆਪ ਦੇ ਵਿੱਚ ਪ੍ਰੋਬਲਮੈਟਿਕ ਚੀਜ਼ ਆ। ਫਿਰ ਉਹੀ ਕਿ ਤੁਸੀਂ ਕਿਸ ਧਿਰ ਵੱਲ ਖੜਦੇ ਹੋ। ਇਹ ਚੀਜ਼ ਹਾਸਾ ਤਾਂ ਪੈਦਾ ਕਰ ਸਕਦੀ ਹੈ ਜਾਂ ਆਨੰਦ ਤਾਂ ਦੇ ਸਕਦੀ, ਪਰ ਮਸਲਾ ਇਹ ਹੈ ਕਿ ਤੁਸੀਂ ਕਿਹਦੇ ਵੱਲ ਖੜਦੇ ਹੋ। ਇਹ ਆਪਦੇ ਆਪ ਦੇ ਵਿੱਚ ਇੱਕ ਜਿਹੜੀ ਮੈਂ ਸਮਝਦਾ ਕਿ ਠੀਕ ਪੇਸ਼ਕਾਰੀ ਨਹੀਂ ਹੈਗੀ। ਇਹਦੇ ਨਾਲ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਉਹਦਾ ਚਲੋ ਵਿਆਹ ਹੋ ਜਾਂਦਾ, ਦੋਵੇਂ ਭੈਣਾਂ ਇੱਕ ਘਰ ਦੇ ਵਿੱਚ ਨੇ, ਤੇ ਉਹਨਾਂ ਨੂੰ ਕਿਵੇਂ ਕਲੇਸ਼ੀ ਦਿਖਾਇਆ ਗਿਆ। ਔਰਤਾਂ ਨੂੰ ਇਸ ਤਰ੍ਹਾਂ ਕਲੇਸ਼ੀ ਦਿਖਾਉਣਾ ਤੇ ਉਹਨਾਂ ਦੇ ਪਤੀ ਦਾ ਉਹਨਾਂ ਤੋਂ ਤੰਗ ਹੋ ਜਾਣਾ, ਇਹ ਅਸਲ ਦੇ ਵਿੱਚ ਸਮਕਾਲ ਦੇ ਵਿੱਚੋਂ ਜਿਹੜੀ ਪਪੂਲਰ ਚੀਜ਼ ਵਾਪਰ ਰਹੀ ਹੈ ਉਹਦੇ ਤੋਂ ਹੀ ਆਈ ਹੋਈ ਹੈ। ਤੁਸੀਂ ਸੈਂਕੜੇ ਚੁਟਕਲੇ ਫੇਸਬੁੱਕ ਤੇ ਜਾਂ WhatsApp ਤੇ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਔਰਤਾਂ ਬਾਰੇ ਇਹ ਦਿਖਾਇਆ ਗਿਆ ਕਿ ਉਹ ਬਤੌਰ ਘਰ ਵਾਲੀਆਂ ਕਿੰਨਾ ਤੰਗ ਕਰਦੀਆਂ ਨੇ ਤੇ ਬੰਦੇ ਕਿੰਨੇ ਦਮਨ ਦਾ ਸ਼ਿਕਾਰ ਹੋ ਰਹੇ ਨੇ। ਇਹਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ ਕਿ ਸ਼ਾਇਦ ਬੰਦਿਆਂ ਦੇ ਹੱਥੋਂ ਹੁਣ ਸੱਤਾ ਖੁੱਸ ਰਹੀ ਆ ਤੇ ਉਹ ਆਪਣੀ ਖੁੱਸ ਰਹੀ ਸੱਤਾ ਨੂੰ ਬਚਾਉਣ ਲਈ ਇਸ ਤਰ੍ਹਾਂ ਦੇ ਚੁਟਕਲੇ ਸਿਰਜਦੇ ਜਿਨ੍ਹਾਂ ਲਈ ਰਾਹੀਂ ਉਹ ਥੋੜਾ ਜਿਹਾ ਆਪਣੇ ਆਪ ਨੂੰ ਮਜ਼ਬੂਤ ਸਿੱਧ ਕਰ ਸਕਣ, ਦੂਜੇ ਨੂੰ ਨੀਵਾਂ ਦਿਖਾ ਸਕਣ। ਤਾਂ ਲਗਭਗ ਉਸੇ ਤੌਰ ਤੇ ਤੁਰਦੀ ਇਹ ਫਿਲਮ ਔਰਤਾਂ ਨੂੰ ਬਹੁਤ ਹੀ ਕਲੇਸ਼ੀ ਤੇ ਇੱਕ ਦੂਜੇ ਦੇ ਵਾਲ ਪੱਟਣ ਵਾਲੀਆਂ, ਘਰ ਵਾਲੇ ਨੂੰ ਗਲਤ ਬੋਲਣ ਵਾਲੀਆਂ, ਸੱਸ ਨੂੰ ਗਲਤ ਬੋਲਣ ਵਾਲੀਆਂ ਤੇ ਕਿਤੇ ਸਤਿਕਾਰ ਕਰਨ ਵਾਲੀਆਂ, ਜਿਹੜੀ ਇਸ ਤਰ੍ਹਾਂ ਦੀਆਂ ਦਿਖਾਇਆ ਗਿਆ ਕਿ ਇਹ ਪੇਸ਼ਕਾਰੀ ਅੰਤ ਨੂੰ ਜਿਹੜੀ ਔਰਤ ਵਿਰੋਧੀ ਹੋ ਨਿਬੜਦੀ ਹੈ, ਜਿਸ ਤਰ੍ਹਾਂ ਦੇ ਦੋਵੇਂ ਪਾਤਰ ਪੇਸ਼ ਹੁੰਦੇ ਨੇ। ਇਹ ਵੀ ਇੱਕ ਦੇਖਣ ਵਾਲੀ ਚੀਜ਼ ਹੈ ਕਿ ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਕਿ ਤੁਸੀਂ ਔਰਤ ਕਿਰਦਾਰਾਂ ਨੂੰ ਇਸ ਤਰ੍ਹਾਂ ਦੀਆਂ ਪੇਸ਼ ਕਰਦੇ ਹੋ। ਤੇ ਖਾਸ ਤੌਰ ਤੇ ਉਦੋਂ ਵੀ ਜਦੋਂ ਜਿਹੜਾ ਪੇਨ ਦੇ ਵਿੱਚੋਂ ਹਾਸਾ ਪੈਦਾ ਕੀਤਾ ਜਾਂਦਾ। ਇੱਕ ਫਿਲਮ ਦੇ ਵਿੱਚ ਇੱਕ ਸੀਨ ਆ ਜਦੋਂ ਨਸੀਬੋ ਇਹ ਕਹਿੰਦੀ ਹੈ ਕਿ ਮੈਂ ਤਾਂ ਹੁਣ ਪੇਕੇ ਚਲੇ ਜਾਂਦੀ ਆ, ਤੇ ਕਿਵੇਂ ਨਿਰਮਲ ਤੇ ਸਾਰਾ ਪਰਿਵਾਰ ਉਹਨੂੰ ਘਰੋਂ ਕੱਢਣ ਲਈ ਕਾਹਲਾ ਪੈਂਦੇ ਨੇ, ਤੇ ਜਦੋਂ ਨਿਰਮਲ ਉਹਨੂੰ ਮੋਟਰਸਾਈਕਲ ਦੇ ਬੱਸ ਚੜਾਉਣ ਜਾਂਦਾ ਤਾਂ ਇੱਕ ਬਹੁਤ ਹੀ ਪੇਨਫੁਲ ਅਹਿਸਾਸ ਸੀ। ਫਿਲਮ ਉਹਦੇ ਚੋਂ ਹਾਸਾ ਪੈਦਾ ਕਰਦੀ ਹੈ, ਠੀਕ ਆ ਹਾਸਾ ਪੈਦਾ ਕਰ ਲਿਆ, ਪਰ ਇਸ ਨਾਲ ਦਰਸ਼ਕ ਤੇ ਫਿਲਮਕਾਰ ਦੋਵੇਂ ਹੀ ਅਸੰਵੇਦਨਸ਼ੀਲ ਨਜ਼ਰ ਆਉਂਦੇ ਜਦੋਂ ਇਸ ਦੇ ਵਿੱਚੋਂ ਆਨੰਦ ਲੈਂਦੇ ਨੇ। ਇਸੇ ਤਰੀਕੇ ਨਾਲ ਫਿਲਮ ਦੇ ਵਿੱਚ ਇੱਕ ਉਹ ਦ੍ਰਿਸ਼ ਆ ਜਦੋਂ ਉਹ ਦੋਵੇਂ ਔਰਤਾਂ ਨੂੰ, ਦੋਵੇਂ ਨਸੀਬੋ ਤੇ ਕਿਰਨਾ ਨੂੰ ਘਰੋਂ ਕੱਢ ਦਿੰਦਾ ਤੇ ਮੋਟਰਸਾਈਕਲ ਦੇ ਬੱਸ ਚੜਾ ਕੇ ਆਉਂਦਾ। ਉੱਥੇ ਵੀ ਬਹੁਤ ਹਾਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਜੇ ਤੁਸੀਂ ਦੂਜੀ ਨਜ਼ਰ ਤੋਂ ਦੇਖੋ ਕਿ ਕਿਵੇਂ ਉਹਨਾਂ ਦੋਹਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਸੀ। ਇਸੇ ਤਰੀਕੇ ਨਾਲ ਇੱਕ ਹੋਰ ਦ੍ਰਿਸ਼ ਆ ਜਿਹਦੇ ਵਿੱਚ ਉਹ ਜਦੋਂ ਪੰਚਾਇਤ ਦਾ ਫੈਸਲਾ ਹੋ ਰਿਹਾ, ਪੰਚਾਇਤ ਦੇ ਫੈਸਲੇ ਤੋਂ ਬਾਅਦ ਉਹ ਘਰੇ ਆਉਂਦੀਆਂ ਨੇ ਤੇ ਉਹ ਡੰਡਾ ਚੱਕ ਲੈਂਦਾ ਤੇ ਉਹਨਾਂ ਨੂੰ ਕਹਿੰਦਾ ਕਿ ਗਾਓ, ਉਹ ਨੱਚੋ, ਉਹ ਜਿਹੜੀਆਂ ਤੁਸੀਂ ਆਪਦੇ ਪਿੰਡ ਕਿਸੇ ਵਿਆਹ ਦੇ ਵਿੱਚ ਨੱਚਦੀਆਂ ਨੇ। ਤਾਂ ਜਿਸ ਤਰੀਕੇ ਨਾਲ ਉਹ ਨੱਚਦੀਆਂ ਪੇਸ਼ ਹੁੰਦੀਆਂ ਨੇ, ਉਹਦੇ ਤੋਂ ਵੀ ਜਿਹੜੀ ਔਰਤ ਦਾ ਗੁਲਾਮੀ ਵਾਲਾ ਰੂਪ ਆ ਉਹ ਨਜ਼ਰ ਆਉਂਦਾ। ਤਾਂ ਜਦੋਂ ਤੁਸੀਂ ਇਸ ਤਰ੍ਹਾਂ ਦੇ ਔਰਤ ਦੀ ਪੇਸ਼ਕਾਰੀ ਦੇਖ ਰਹੇ ਹੋ ਤਾਂ ਇੱਕ ਜਦੋਂ ਤੁਸੀਂ ਆਲੇ ਦੁਆਲੇ ਤੁਹਾਡੇ ਧੀਆਂ ਨੇ, ਤੁਹਾਡੇ ਭੈਣਾਂ ਨੇ, ਤੇ ਇਸ ਤਰ੍ਹਾਂ ਦੇ ਚੀਜ਼ਾਂ ਦੇ ਰਿਸ਼ਤਿਆਂ ਵਿੱਚ ਦੇਖਦੇ ਹੋ ਤਾਂ ਬਹੁਤ ਹੀ ਇਹ ਘਿਨਾਉਣੀ ਕਿਸਮ ਦੀ ਪੇਸ਼ਕਾਰੀ ਲੱਗਦੀ ਹੈ। ਤੇ ਪੰਜਾਬੀ ਸਿਨੇਮਾ ਜਦੋਂ ਇਸ 2022 ਦੇ ਵਿੱਚ ਬਣ ਰਿਹਾ ਤਾਂ ਔਰਤ ਦੇ ਇਸ ਤਰ੍ਹਾਂ ਦੇ ਰੂਪ ਨੂੰ ਪੇਸ਼ ਕਰ ਰਿਹਾ ਤਾਂ ਆਪਦੇ ਆਪ ਦੇ ਵਿੱਚ ਬਹੁਤ ਚਿੰਤਾ ਵਾਲੀ ਗੱਲ ਬਣ ਜਾਂਦੀ ਹੈ। ਤੇ ਇਹ ਇੱਕ ਗੱਲ ਕਹੀ ਜਾਂਦੀ ਕਿ ਇਹ ਤਾਂ ਜੀ 80ਵਿਆਂ ਦੇ ਦਹਾਕੇ 'ਚ ਵਾਪਰਦਾ ਸੀ ਜਾਂ 80ਵਿਆਂ ਦੇ ਦਹਾਕੇ ਦੇ ਵਿੱਚ ਫਿਲਮ ਸੈੱਟ ਕੀਤੀ ਗਈ ਹੈ। ਆਪਾਂ ਜਾਣਦੇ ਹਾਂ ਕਿ ਹਰ ਕਲਾ ਦਾ ਪੀਸ ਭਾਵੇਂ ਉਹ ਬੀਤੇ ਨਾਲ ਹੋਵੇ ਜਾਂ ਭਵਿੱਖ ਨਾਲ ਸੰਬੰਧਿਤ ਹੋਵੇ, ਉਹ ਸਮਕਾਲ ਨੂੰ ਸੰਬੋਧਿਤ ਹੁੰਦਾ,
ਉਹਦੇ ਵਿੱਚ ਸਮਕਾਲ ਨੂੰ ਦਿਸ਼ਾ ਦੇਣ ਦੀ, ਸਮਕਾਲ ਤੋਂ ਪ੍ਰਭਾਵਿਤ ਹੋਣ ਦੀ ਤਰਕੀਬ ਵਿੱਚ ਹੀ ਲੁਕੀ ਹੁੰਦੀ ਆ। ਤਾਂ ਇਹ ਫਿਲਮ ਅਸਲ ਦੇ ਵਿੱਚ ਬੀਤੇ ਦੇ ਬਹਾਨੇ ਨਾਲ ਸਮਕਾਲ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਆ, ਉਹਨੂੰ ਪਛਾਣ ਖਿੱਚੂ ਬਣਾਉਣ ਦੀ ਕੋਸ਼ਿਸ਼ ਆ, ਤੇ ਇਸ ਤੋਂ ਸਾਨੂੰ ਚੇਤਨ ਰਹਿਣ ਦੀ ਲੋੜ ਆ। ਇਸੇ ਤਰੀਕੇ ਨਾਲ ਇਸ ਫਿਲਮ ਦੇ ਵਿੱਚ ਜਦੋਂ ਅਸੀਂ ਅੱਗੇ ਦੇਖਦੇ ਹਾਂ ਤਾਂ ਫਿਲਮ ਦੇ ਵਿੱਚ ਬਹੁਤ ਕਾਮੁਕ ਧੁਨੀਆਂ ਨੇ, ਤੇ ਉਹ ਕਾਮੁਕ ਧੁਨੀਆਂ ਨਾਲ ਵੀ ਹਾਸਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਪੂਰੇ ਦੇ ਪੂਰੇ ਇੱਕ ਦ੍ਰਿਸ਼ ਲੜੀ ਹੈ ਜਿਹਦੇ ਵਿੱਚ ਉਹ ਵਿਆਹ ਤੋਂ ਬਾਅਦ ਕਿਰਨਾ ਤੇ ਨਿਰਮਲ ਉੱਪਰ ਪੈਣਾ ਚਾਹੁੰਦੇ ਆ, ਤੇ ਜਿਹੜੀ ਨਸੀਬੋ ਉਹਨਾਂ ਨੂੰ ਇਕੱਠੇ ਨਹੀਂ ਪੈਣ ਦੇਣਾ ਚਾਹੁੰਦੀ ਹੈਗੀ। ਤਾਂ ਇਹ ਇਸ ਤਰ੍ਹਾਂ ਦੀਆਂ ਧੁਨੀਆਂ ਨੇ ਜਿਹਦੇ ਵਿੱਚੋਂ ਹਾਸਾ ਪੈਦਾ ਕੀਤਾ ਜਾਂਦਾ। ਤਾਂ ਤੁਹਾਨੂੰ ਪਤਾ ਕਿ ਅੰਗਰੇਜ਼ੀ ਦੇ ਵਿੱਚ ਇੱਕ ਪੂਰਾ ਜੌਨਰ ਆ ਸਿਨੇਮਾ ਦੇ ਵਿੱਚ, ਜਿਹਨੂੰ ਅਸੀਂ ਸੈਕਸ ਕਾਮੇਡੀ ਕਹਿ ਦਿੰਦੇ ਆ। ਇਹ ਉਹਦੇ ਨੇੜੇ ਤਾਂ ਨਹੀਂ ਪਹੁੰਚਦਾ, ਪਰ ਇਸ ਤਰ੍ਹਾਂ ਦੀ ਪੇਸ਼ਕਾਰੀ ਇਹਨੂੰ ਪਰਿਵਾਰਕ ਫਿਲਮ ਦੇ ਘੇਰੇ ਤੋਂ ਬਾਹਰ ਕੱਢ ਦਿੰਦੀ ਹੈ, ਜਿਹੜਾ ਇਹਨੂੰ ਬਾਰ-ਬਾਰ ਕਿਹਾ ਗਿਆ ਕਿ ਪਰਿਵਾਰਕ ਫਿਲਮ ਆ। ਮੇਰਾ ਖਿਆਲ ਨਵੀਂ ਪੀੜ੍ਹੀ ਦਾ ਤਾਂ ਪਤਾ ਨਹੀਂ, ਪਰ ਜਿਹੜੀ ਸਾਡੀ ਪੀੜ੍ਹੀ ਆ ਉਹ ਤਾਂ ਨਹੀਂ ਇਸ ਫਿਲਮ ਨੂੰ ਆਪਦੇ ਪਰਿਵਾਰ ਸਮੇਤ ਦੇਖ ਸਕਦੀ, ਕਿਉਂਕਿ ਇਸ ਤੋਂ ਉਸ ਪੀੜ੍ਹੀ ਦੇ ਲੋਕ ਆ ਜਦੋਂ ਚਿੱਤਰਹਾਰ ਜੇ ਕੋਈ ਘਰ ਦਾ ਹੋਰ ਮੈਂਬਰ ਦੇਖ ਰਿਹਾ ਤਾਂ ਨਾਲ ਬੈਠ ਕੇ ਨਹੀਂ ਦੇਖ ਸਕਦੇ। ਤਾਂ ਇਸ ਤਰ੍ਹਾਂ ਦੀ ਕਾਮੁਕ ਧੁਨੀਆਂ ਵਾਲੀ ਕਾਮੇਡੀ ਨੂੰ ਪਰਿਵਾਰ ਸਮੇਤ ਦੇਖਣਾ ਮੇਰਾ ਨਹੀਂ ਖਿਆਲ ਹੈਗਾ ਕਿ ਸੰਭਵ ਹੋ ਸਕੋ, ਕਿ ਬਹੁਤ ਓਵਰਟੋਨਸ ਨੇ ਇਸ ਤਰ੍ਹਾਂ ਦੀਆਂ ਜਿਹਦੇ ਨਾਲ ਇਹ ਪੱਖ ਜਿਹੜਾ ਉਹ ਉੱਭਰ ਕੇ ਸਾਹਮਣੇ ਆਉਂਦਾ। ਫਿਰ ਉਹਨੂੰ ਦੇਖਦੇ ਹਾਂ, ਦੋ ਮੁੱਦੇ ਹੋਰ ਜ਼ਿਕਰ ਕਰਨਯੋਗ ਨੇ। ਇੱਕ ਹੈਗਾ ਕਿ ਹੌਸਲਾ ਰੱਖ ਦੇ ਵਿੱਚ ਵੀ ਹੋਇਆ ਸੀ, ਇਸ ਦੇ ਵਿੱਚ ਵੀ ਹੋਇਆ ਕਿ ਬੱਚਿਆਂ ਨੂੰ ਕਾਮੇਡੀ ਲਈ ਯੂਜ਼ ਕਰਨਾ। ਇਹਦੇ ਵਿੱਚ ਉਹ ਬੱਚੇ ਦੀ ਅਦਾਕਾਰੀ ਜਿਸ ਤਰ੍ਹਾਂ ਦੀ ਹੈ, ਜਿਸ ਤਰ੍ਹਾਂ ਸੰਵਾਦ ਬੋਲਦਾ, ਬਿਲਕੁਲ ਉਹ ਬਹੁਤ ਕਾਮੇਡੀ ਪੈਦਾ ਕਰਦਾ। ਪਰ ਕੀ ਅਸੀਂ ਬੱਚਿਆਂ ਦੀ ਜਿਹੜੀ ਮਾਸੂਮੀਅਤ ਆ ਉਹਨੂੰ ਖੋਹ ਲੈਣਾ ਇਸ ਤਰੀਕੇ ਦੀ ਪੇਸ਼ਕਾਰੀ ਨਾਲ, ਜਾਂ ਕੀ ਇਸ ਤਰ੍ਹਾਂ ਦੀ ਪੇਸ਼ਕਾਰੀ ਜਾਇਜ਼ ਆ? ਜਿਵੇਂ ਹੌਸਲਾ ਰੱਖ ਦੇ ਵਿੱਚ ਬੱਚਾ ਆਪਣੇ ਪਿਤਾ ਨੂੰ ਕੁੜੀਆਂ ਫਸਾਉਣ ਦੀਆਂ ਤਕਨੀਕਾਂ ਦੱਸਦਾ, ਜਾਂ ਇਹਦੇ ਵਿੱਚ ਉਹ ਜ਼ਮੀਨ ਨੂੰ ਹਥਿਆਉਣ ਦੀਆਂ ਗੱਲਾਂ ਕਰਦਾ, ਕਿ ਇਹ ਪੇਸ਼ਕਾਰੀ ਬੱਚਿਆਂ ਨੂੰ ਇਸ ਤਰ੍ਹਾਂ ਵਰਤਣਾ ਜਾਇਜ਼ ਆ? ਇਹ ਇੱਕ ਸਵਾਲ ਸਾਡੇ ਸਾਹਮਣੇ ਖੜਾ। ਇਸੇ ਤਰੀਕੇ ਨਾਲ ਇੱਕ ਸਵਾਲ ਅੱਜ ਕੱਲ੍ਹ ਸ਼ਰਾਬ ਦੀ ਪੇਸ਼ਕਾਰੀ ਦਾ ਫਿਲਮ ਦੇ ਵਿੱਚ। ਲੇਖ ਫਿਲਮ ਦੇ ਵਿੱਚ ਸ਼ੁਰੂ 'ਚ ਹੀ ਸੀਨ ਆਉਂਦਾ ਕਿ ਕੁੜੀਆਂ ਬੈਠੀਆਂ ਦਾਰੂ ਪੀਂਦੀਆਂ ਨੇ। ਇਹਦੇ ਵਿੱਚ ਵੀ ਇੱਕ ਦ੍ਰਿਸ਼ ਆਉਂਦਾ ਜਦੋਂ ਨਿਰਮਲ ਤੇ ਨਸੀਬੋ ਦੋਵੇਂ ਆ ਰਹੇ ਹੁੰਦੇ ਨੇ, ਤੇ ਨਿਰਮਲ ਉਹਨੂੰ ਪੁੱਛਦਾ ਤੂੰ ਕੁਲਫੀ ਖਾਣੀ ਆ? ਉਹ ਕਹਿੰਦੀ ਹਾਂ ਸੰਤਰੇ ਵਾਲੀ ਖਾਣੀ। ਉਹ ਕਹਿੰਦਾ ਮੈਂ ਵੱਡੇ ਸੰਤਰੇ ਵਾਲੀ ਖਾਊਗਾ। ਆਪ ਉਹਦੇ ਲਈ ਕੁਲਫੀ ਲੈ ਆਉਂਦਾ ਤੇ ਆਪ ਸੰਤਰਾ ਜਿਹੜੀ ਸ਼ਰਾਬ ਆ ਉਹ ਲੈ ਆਉਂਦਾ, ਤੇ ਉਹਨੂੰ ਕਹਿੰਦੀ ਤੁਸੀਂ ਤੁਹਾਡਾ ਤਾਂ ਵਧੀਆ, ਤੁਸੀਂ ਤਾਂ ਚੁੱਪ ਕਰਕੇ ਦਾਰੂ ਪੀ ਕੇ ਸੌਂ ਜਾਂਦੇ ਆ। ਤੇ ਉਹਦੀ ਕੁਲਫੀ ਫੜਦਾ ਤੇ ਦਾਰੂ ਦੇ ਗਲਾਸ ਭਿਉਂ ਕੇ ਫੜਾਉਂਦਾ। ਉਹ ਕਹਿੰਦੀ ਮੇਰਾ ਇੰਨੇ ਨਾਲ ਕੀ ਬਣੂਗਾ? ਫਿਰ ਉਹ ਦੂਜੀ ਵਾਰ ਕੁਲਫੀ ਭਿਉਂਦਾ ਤੇ ਫਿਰ ਉਹ ਦਾਰੂ ਵਾਲੀ ਕੁਲਫੀ ਖਾਂਦੀ ਆ। ਇਸੇ ਤਰੀਕੇ ਨਾਲ ਇੱਕ ਹੋਰ ਸੀਨ ਆ ਕਿ ਜਦੋਂ ਉਹ ਦਿਲ ਜਿੱਤਣ ਵਾਲੀ ਗੱਲ ਆਉਂਦੀ ਹੈ ਫਿਲਮ 'ਚ, ਤੇ ਉਹ ਕਹਿੰਦੇ ਬੰਦਿਆਂ ਦਾ ਦਿਲ ਜਿੱਤਣਾ, ਕਿਰਨਾ ਕਹਿੰਦੀ ਕੀ ਔਖਾ, ਇੱਕ ਦਾਰੂ ਦੀ ਬੋਤਲ ਰੱਖ ਦਿਓ। ਤੇ ਉਸ ਸੀਨ ਦੇ ਵਿੱਚ ਨਸੀਬੋ ਦੇ ਦੋਵੇਂ ਪਿਤਾ ਤੇ ਭਰਾ ਬੈਠੇ ਨੇ, ਨਿਰਮਲ ਬੈਠਾ ਤੇ ਉਹ ਆਪ ਬੈਠੀ ਹੈ। ਪਹਿਲੀ ਗੱਲ ਤਾਂ ਕਦੇ ਪੰਜਾਬੀ ਜੀਵਨ ਯਥਾਰਥ ਦੇ ਵਿੱਚ ਕੁੜੀਆਂ ਆਪਦੇ ਮਾਪੇ ਤੇ ਘਰ ਵਾਲੇ ਨਾਲ ਦਾਰੂ ਜਦੋਂ ਉਹ ਪੀਂਦੇ ਹੋਣ ਕੋਲ ਨਹੀਂ ਬੈਠਦੀਆਂ ਹੈਗੀਆਂ। ਤੇ ਫਿਰ ਇਹ ਕਹਿਣਾ ਕਿ ਮੋਟਾ ਪੈਗ ਪਾ, ਇਹ ਤਾਂ ਬਿਲਕੁਲ ਹੀ ਪੋਸੀਬਲ ਨਹੀਂ ਹੈਗਾ। ਤਾਂ ਇਸ ਤਰੀਕੇ ਨਾਲ ਇਹ ਸ਼ਰਾਬ ਦੀ ਚੌਧਰ ਦੇ ਪ੍ਰਵਚਨ ਨੂੰ ਪ੍ਰਸਾਰਨਾ ਤੇ ਹੁਣ ਕੁੜੀਆਂ ਨਾਲ ਜੋੜ ਕੇ ਵੀ ਪੇਸ਼ ਕਰਨਾ, ਇਹ ਵੀ ਆਪਦੇ ਵਿੱਚ ਪ੍ਰੋਬਲਮੈਟਿਕ ਆ। ਮੈਂ ਇਹ ਵੀ ਜਾਣਦਾ ਕਿ ਇਹ ਨਹੀਂ ਹੈਗਾ ਕਿ ਕੁੜੀਆਂ ਸ਼ਰਾਬ ਨਹੀਂ ਪੀਂਦੀਆਂ ਹੋਣਗੀਆਂ ਜਾਂ ਨਹੀਂ ਪੀਣੀ ਚਾਹੀਦੀ। ਇਸ ਮਸਲੇ ਤੋਂ ਜਾ ਕੇ ਮਸਲਾ ਇਹ ਆ ਕਿ ਕੀ ਇਸ ਨੂੰ ਪਬਲਿਕ ਸਪੇਸ ਦੇ ਵਿੱਚ ਇਸ ਤਰ੍ਹਾਂ ਅਚਾਉਣਾ ਜ਼ਰੂਰੀ ਆ, ਸਿਨੇਮਾ ਰੂਪੀ ਪਬਲਿਕ ਸਪੇਸ ਦੇ ਵਿੱਚ, ਖਾਸ ਤੌਰ ਤੇ ਉਦੋਂ ਜਦੋਂ ਹੁਣ ਇਹ ਸਿਨੇਮਾ ਰੂਪੀ ਪਬਲਿਕ ਸਪੇਸ ਪਰਿਵਾਰਕ ਸਪੇਸ ਵੀ ਆ ਕਿ ਲੋਕ ਆਪਦੇ ਬੱਚਿਆਂ ਨਾਲ, ਆਪਦੀਆਂ ਧੀਆਂ ਨਾਲ, ਆਪਦੇ ਮਾਪਿਆਂ ਨਾਲ ਪੰਜਾਬੀ ਸਿਨੇਮਾ ਦੇਖਣ ਜਾਂਦੇ ਆ। ਤਾਂ ਉਹਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਪੇਸ਼ ਹੁੰਦੀਆਂ ਨੇ, ਨਿੱਜੀ ਘਰੇ 'ਚ ਜੋ ਮਰਜ਼ੀ ਹੁੰਦਾ ਰਹੇ, ਪਰ ਤੁਹਾਨੂੰ ਪਬਲਿਕ ਸਪੇਸ ਦੇ ਵਿੱਚ, ਪਬਲਿਕ ਆਰਟ ਫਾਰਮ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਪੇਸ਼ ਕਰਨ ਵੇਲੇ ਜ਼ਰੂਰ ਸੋਚਣਾ ਚਾਹੀਦਾ, ਸਾਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਇਸ ਤਰ੍ਹਾਂ ਦੀ ਪੇਸ਼ਕਾਰੀ ਨੂੰ ਕਿਸ ਤਰੀਕੇ ਨਾਲ। ਜਿਵੇਂ ਜੇ ਅਮਰਦੀਪ ਦੀ ਗੱਲ ਕਰੀਏ ਤਾਂ ਅਮਰਦੀਪ ਪੰਜਾਬੀ ਸਿਨੇਮੇ ਦਾ ਬਹੁਤ ਸਸ਼ਕਤ ਹਸਤਾਖਰ ਆ। ਉਹਦੇ ਤੋਂ ਪੰਜਾਬੀ ਸਿਨੇਮੇ ਨੂੰ ਬਹੁਤ ਜ਼ਿਆਦਾ ਆਸਾਂ ਨੇ। ਉਹਨੇ ਬੀਤੇ ਸਮੇਂ ਵਿੱਚ ਬਹੁਤ ਚੰਗੇ ਕੰਮ ਵੀ ਕੀਤੇ ਆ। ਜਿਵੇਂ ਉਹਦੀਆਂ ਦੋ ਫਿਲਮਾਂ ਅੰਗਰੇਜ਼ ਤੇ ਲਾਹੌਰੀਏ, ਜਦੋਂ ਪੰਜਾਬੀ ਸਿਨੇਮੇ ਦੀ ਗੱਲ ਹੋਊਗੀ ਤਾਂ ਹਮੇਸ਼ਾ ਉਸ ਨੂੰ ਇਹਨਾਂ ਫਿਲਮਾਂ ਬਦਲੇ ਸਤਿਕਾਰ ਦਿੱਤਾ ਜਾਊਗਾ। ਪਰ ਇਸ ਫਿਲਮ ਦੇ ਲੇਖਕ ਹੋਣ ਦੇ ਨਾਤੇ ਵਜੋਂ ਉਹਨੂੰ ਇੱਕ ਮਿਹਣਾ ਕਿ ਉਹਨੇ ਇਸ ਤਰ੍ਹਾਂ ਦੀ ਫਿਲਮ ਲਿਖੀ, ਇਸ ਤਰ੍ਹਾਂ ਦੇ ਵਿਚਾਰਧਾਰਕ ਖਾਸੇ ਵਾਲੀ ਫਿਲਮ ਲਿਖੀ। ਪੰਜਾਬੀ ਸਿਨੇਮੇ ਨੂੰ ਤੇ ਪੰਜਾਬੀ ਲੋਕਾਂ ਨੂੰ ਉਹਦੇ ਤੋਂ ਬਹੁਤ ਉਮੀਦਾਂ ਨੇ। ਉਹ ਬਹੁਤ ਚੰਗਾ ਕਰ ਸਕਦਾ। ਉਹਨੂੰ
ਗੱਲ ਕਹਿਣੀ ਆਉਂਦੀ ਹੈ ਤੇ ਜੇ ਉਹ ਗੱਲ ਕਹਿਣ ਦੇ ਨਾਲ ਨਾਲ ਵਿਚਾਰਤਕ ਪੱਖੋਂ ਵੀ ਚੇਤਨ ਹੋਵੇ ਤਾਂ ਚੰਗੀਆਂ ਫਿਲਮਾਂ ਸਿਰਜੀਆਂ ਜਾ ਸਕਦੀਆਂ ਨੇ। ਅੰਤ ਵਿੱਚ ਇਸ ਫਿਲਮ ਨੂੰ ਸੋਚਦੇ ਮੇਰੇ ਮਨ 'ਚ ਇੱਕ ਖਿਆਲ ਆ ਰਿਹਾ ਸੀ ਕਿ ਇਹਨੇ ਪੰਜਾਬੀਆਂ ਨਾਲ ਕੀਤਾ ਕੀ ਆਖਰ। ਜਦੋਂ ਸਿਨੇਮੇ ਦੇ ਵਿੱਚੋਂ ਬਾਹਰ ਆ ਰਹੇ ਸੀ ਤਾਂ ਮੈਂ ਲੋਕਾਂ ਨੂੰ ਦੇਖ ਰਿਹਾ ਸੀ, ਉਹ ਹੱਸ ਵੀ ਰਹੇ ਸੀ ਪਰ ਚੁੱਪ ਜਿਹੇ ਵੀ ਸੀ। ਤਾਂ ਮੈਨੂੰ ਲੱਗਿਆ ਕਿ ਜਿਵੇਂ ਉਹ ਹਾਸੇ ਦੇ ਵਿੱਚ ਠੱਗੇ ਗਏ ਹੋਣ। ਉਹ ਹੱਸੇ ਤਾਂ ਸਹੀ, ਉਹਨਾਂ ਦਾ ਮਨੋਰੰਜਨ ਵੀ ਹੋਇਆ, ਪਰ ਆਪਣੇ ਬੱਚਿਆਂ ਨਾਲ, ਆਪਣੇ ਦੋਸਤਾਂ ਨਾਲ, ਆਪਣੇ ਮਾਪਿਆਂ ਨਾਲ ਤੁਰੇ ਜਾਂਦੇ ਉਹ ਸੋਚ ਰਹੇ ਹੋਣਗੇ ਕਿ ਆਖਰ ਇਸ ਫਿਲਮ ਨੇ ਦਿੱਤਾ ਕੀ ਸਾਨੂੰ। ਜੇ ਇਸ ਫਿਲਮ ਤੇ ਚਰਚਾ ਕਰਨੀ ਹੋਵੇ ਤਾਂ ਨਤੀਜਾ ਕੀ ਨਿਕਲੂਗਾ, ਕੀ ਸਮਝਾਵਾਂਗੇ, ਕੀ ਕਹਾਂਗੇ ਕਿ ਇਸ ਫਿਲਮ ਨੇ ਕੀ ਕੀਤਾ। ਤਾਂ ਇਹ ਅਛੋਪਲੇ ਜਿਹੇ ਹੀ ਪੰਜਾਬੀ ਬੰਦੇ ਨੂੰ ਹਾਸੇ ਵਿੱਚ ਠੱਗ ਜਾਂਦੀ ਆ ਤੇ ਉਹਨੂੰ ਵਿਚਾਰਤਕ ਪੱਖੋਂ ਪਿਛਲਖੁਰੀ ਤੇ ਨਾਲ ਦੀ ਨਾਲ ਖਾਲੀ ਵੀ ਕਰ ਦਿੰਦੀ ਆ। ਤੇ ਇਹ ਇਸ ਤਰ੍ਹਾਂ ਹੋਣਾ ਸੱਚਮੁੱਚ ਦੁੱਖ ਦੇਣ ਵਾਲਾ।